ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁੱਧ ਗੁਰਬਾਣੀ ਉਚਾਰਨ ਦੀ ਚੱਲ ਰਹੀ ਲੜੀ ਵਿੱਚ ਅੱਜ ਅਸੀਂ ਕਿਰਿਆ ਜਿਹੜੇ ਸ਼ਬਦ ਕਿਰਿਆਵਾਚੀ ਸ਼ਬਦ ਨੇ ਕਿਰਿਆ ਤੀਜਾ ਪੁਰਖ ਬਹੁਵਚਨ ਦੀ ਰੂਪ ਸਾਧਨਾ ਦੀ ਵਿਚਾਰ ਕਰਾਂਗੇ। ਬਈ ਸ਼ਬਦ ਕਿਰਿਆ ਹੋਵੇ ਤੇ ਤੀਜੇ ਪੁਰਖ ਲਈ ਵਰਤਿਆ ਗਿਆ ਹੋਵੇ, ਤੀਜਾ ਪੁਰਖ ਹੋਵੇ, ਉਹਦੇ ਵਿੱਚ ਆਮ ਤੌਰ 'ਤੇ ਲਫ਼ਜ਼ ਹੈ, ਹਾ, ਦਨਾਮੀਆਂ ਜਾਂ ਹਾਹੇ ਨੂੰ ਸਿਆਰੀ ਕਰਕੇ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਦਾ ਉਚਾਰਨ ਜਿਹੜਾ ਹੈ, ਇਹਦੇ ਵਿੱਚ ਹੈ ਦੀ ਦਨਾਮੀਆਂ ਉੱਪਰ ਬਿੰਦੀ ਦਾ ਉਚਾਰਨ ਹੋਣਾ ਹੈ, ਅਤੇ ਜਿੱਥੇ ਹਾਹੇ ਸਿਆਰੀ ਨਾਲ ਸ਼ਬਦ ਮੁੱਕਦਾ ਹੈ ਉੱਥੇ ਸਿਆਰੀ ਦੇ ਅੱਗੇ ਹਾਹੇ ਉੱਪਰ ਬਿੰਦੀ ਦਾ ਉਚਾਰਨ ਹੋਣਾ ਹੈ, ਤਾਂ ਜਾ ਕੇ ਸ਼ੁੱਧ ਉਚਾਰਨ ਔਰ ਸ਼ੁੱਧ ਅਰਥ ਨਿਕਲਦੇ ਨੇ। ਕੁਝ ਦ੍ਰਿਸ਼ਟਾਂਤ ਨੇ, ਜਿਵੇਂ ਸਭ ਕਹਤੇ ਹੈ ਪਾਇਆ, ਭਾਵ ਸਭ ਕਹਿੰਦੇ ਹਨ ਕਿ ਪਾ ਲਿਆ। ਸਭ ਕਹਤੇ ਹੈ ਪਾਇਆ, ਇੱਥੇ ਹੈ ਉਚਾਰਨ ਹੋਏਗਾ, ਹੈ ਪਾਇਆ ਉਚਾਰਨ ਗਲਤ ਹੈ। ਹੈ ਹਾ ਦੇ ਦਨਾਮੀਆਂ ਉੱਪਰ ਬਿੰਦੀ ਦਾ ਉਚਾਰਨ ਹੋਏਗਾ। ਪਿਉਕੜਾ ਦਿਨ 4 ਹੈ ਸਹੁਰੜੈ ਜਾਣਾ, ਤੂੰ ਪਿਉਕੇ 4 ਦਿਨ ਹੀ ਹੈ, ਤੂੰ ਸਹੁਰੇ ਕਰ ਜਾਣਾ ਹੈ। ਇੱਥੇ ਹੈ ਪਾਠ ਕਰਾਂਗੇ ਬਿੰਦੀ ਲਗਾ ਕੇ ਅਤੇ ਸ਼ੁੱਧ ਉਚਾਰਨ ਹੋਏਗਾ, ਅਰਥ ਵੀ ਸਪਸ਼ਟ ਹੋ ਜਾਣਗੇ। ਸਤਿਯੁਗ ਧਰਮ ਪੈਰ ਹੈ 4, ਸਤਿਯੁਗ ਵਿੱਚ ਧਰਮ ਦੇ 4 ਪੈਰ ਸਨ। ਹੈ ਇੱਥੇ ਵੀ ਹੈ ਦੇ ਉੱਪਰ ਬਿੰਦੀ ਦਾ ਉਚਾਰਨ ਕਰਕੇ ਹੈ ਹੋਣਾ ਹੈ। ਹੁਣ ਅੱਗੇ ਦੂਸਰਾ ਦ੍ਰਿਸ਼ਟਾਂਤ ਹੈ ਜਿੱਥੇ ਹਾਏ ਸਿਆਰੀ ਨਾਲ ਸ਼ਬਦ ਮੁੱਕਦਾ ਹੈ, ਜਿਵੇਂ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਚਿੱਤ ਕਠੋਰ ਹੈ, ਇੱਥੇ ਹੈ ਦੇ ਹਾ ਉੱਪਰ ਸਿਆਰੀ ਤੋਂ ਬਾਅਦ ਹਾ ਉੱਪਰ ਬਿੰਦੀ ਦਾ ਉਚਾਰਨ ਹੋਣਾ ਹੈ। ਸਭ ਜਿਨ ਕੇ ਚਿੱਤ ਕਠੋਰ ਹੈ, ਜਿਨ੍ਹਾਂ ਦੇ ਚਿੱਤ ਕਠੋਰ ਹਨ, ਸੇ ਬਹਿ ਨਾ ਸਤਿਗੁਰ ਪਾਸ, ਬਹਿ ਦੇ ਹਾ ਵੀ ਸਿਆਰੀ ਵਾਲਾ ਹੈ, ਹਾ ਨਾਲ ਮੁੱਕਦਾ ਹੈ, ਲਫ਼ਜ਼ ਤੋਂ ਪਿੱਛੇ ਸਿਆਰੀ ਹੈ। ਇੱਥੇ ਬਹਿ ਪਾਠ ਹੋਇਆ ਬਹਿਨ ਤੋਂ। ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਸੇਰਾ, ਅੰਦਰ ਮਹਿਲ ਅਨੇਕ, ਅਨੇਕ ਬਹੁਵਚਨ ਹੈ, ਹੈ ਵੀ ਬਹੁਵਚਨ ਦੀ ਤੀਜਾ ਪੁਰਖ ਹੈ, ਅਤੇ ਇਸ ਲਈ ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਸੇਰਾ, ਇੱਥੇ ਵੀ ਹਾ ਦੇ ਉੱਪਰ ਬਿੰਦੀ ਦਾ ਉਚਾਰਨ ਹੋਣਾ ਹੈ। ਏਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰਾਈਆਂ, ਏਕ ਮੰਦਰ ਪੰਜ ਚੋਰ, ਹੁਣ ਪੰਜ ਜਿਹੜਾ ਹੈ ਇਹ ਬਹੁਵਚਨ ਹੈ, ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੋ ਇਹਨਾਂ ਦੇ ਨਾਲ ਬਹੁਵਚਨ ਹੀ ਕਿਰਿਆ ਲੱਗੀ ਹੈ ਤੋ ਤੀਜੇ ਪੁਰਖ ਦੇ ਲਈ ਵਰਤੀ ਗਈ ਹੈ। ਏਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰਾਈਆਂ, ਤੋ ਇਹ ਖਿਆਲ ਰੱਖਣਾ ਹੈ ਕਿ ਹੈ ਅਗਰ ਤੀਜਾ ਪੁਰਖ ਬਹੁਵਚਨ ਹੈ ਤਾਂ ਉਹਦੇ ਦਨਾਮੀਆਂ ਉੱਪਰ ਬਿੰਦੀ ਲੱਗਣੀ ਹੈ। ਜੇ ਹਾਏ ਨਾਲ ਉਹ ਲਫ਼ਜ਼ ਮੁੱਕਦਾ ਹੈ ਤਾਂ ਉੱਥੇ ਹਾ ਦੇ ਉੱਪਰ ਬਿੰਦੀ ਦਾ ਉਚਾਰਨ ਹੋ ਕੇ ਸ਼ੁੱਧ ਉਚਾਰਨ ਹੋਵੇਗਾ ਔਰ ਸ਼ੁੱਧ ਪਾਠ ਸ਼ੁੱਧ ਅਰਥ ਨਿਕਲਣਗੇ। ਹੁਣ ਕਿਰਿਆ ਤੀਜਾ ਪੁਰਖ ਇੱਕ ਵਚਨ ਦੀ ਰੂਪ ਸਾਧਨਾ ਵਾਲੇ ਸ਼ਬਦ, ਕਿਰਿਆ ਹੋਵੇ ਤੀਜਾ ਪੁਰਖ ਹੋਵੇ ਅਤੇ ਹੋਵੇ ਇੱਕ ਵਚਨ, ਇੱਥੇ ਵੀ ਹੈ ਅਤੇ ਹਾ ਸਿਆਰੀ ਨਾਲ ਇਹ ਲਫ਼ਜ਼ ਮੁੱਕਦੇ ਹਨ ਅਤੇ ਇਹਨਾਂ ਉੱਪਰ ਬਿੰਦੀ ਨਹੀਂ ਲੱਗਦੀ ਕਿਉਂਕਿ ਇੱਕ ਵਚਨ ਹਨ, ਬਹੁਵਚਨ ਨਹੀਂ ਹਨ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਇੱਥੇ ਹੈ ਹੀ ਉਚਾਰਨ ਹੋਏਗਾ ਕਿਉਂਕਿ ਪਰਮਾਤਮਾ ਲਈ ਲਫ਼ਜ਼ ਆਪੇ ਹਰ ਇੱਕ ਰੰਗ ਹੈ, ਉਹ ਪਰਮਾਤਮਾ ਆਪ ਹੀ ਹਰੇਕ ਰੰਗ ਹੈ। ਆਪੇ ਬਹੁਰੰਗੀ ਤੇ ਬਹੁਰੰਗੀ ਵੀ ਉਹ ਆਪੇ ਹੀ ਹੈ, ਇੱਥੇ ਹੈ ਪਾਠ ਨਹੀਂ ਹੋਵੇਗਾ, ਬਿੰਦੀ ਨਹੀਂ ਲੱਗੇਗੀ। ਜੀਵਨ ਕੋ ਦਾਤਾ ਏਕ ਹੈ ਬੀਆ ਨਹੀਂ ਹੋਰ, ਜੀਵਨ ਕਾ ਦਾਤਾ ਏਕ ਹੈ, ਇਹ ਵੀ ਪਰਮਾਤਮਾ ਲਈ ਲਫ਼ਜ਼ ਵਰਤਿਆ ਗਿਆ ਹੈ, ਇੱਥੇ ਹੈ ਪਾਠ ਨਹੀਂ ਹੋਵੇਗਾ, ਹੈ ਪਾਠ ਹੀ ਹੋਵੇਗਾ। ਪ੍ਰਭ ਮੇਰਾ ਹੈ ਸਦਾ ਦਿਆਰ, ਪ੍ਰਭ ਮੇਰਾ ਹੈ ਉਹ ਪਰਮਾਤਮਾ ਇੱਕ ਵਚਨ ਹੈ, ਇਸ ਲਈ ਪ੍ਰਭ ਮੇਰਾ ਹੈ ਸਦਾ ਦਿਆਰ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਰਾਜ ਭੁਯੰਗ ਪ੍ਰਸੰਗ, ਜਿਸ ਤਰ੍ਹਾਂ ਸੱਪ ਰੱਸੀ 'ਤੇ ਸੱਪ ਦਾ ਭੁਲੇਖਾ ਲੱਗਦਾ ਹੈ ਉਹ ਭਰਮ ਹੈ, ਤੋ ਇਹ ਵੀ ਹੈ ਇੱਥੇ ਉਚਾਰਨ ਹੋ ਗਿਆ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਇੱਥੇ ਬਿੰਦੀਆਂ ਉਚਾਰਨ ਨਹੀਂ ਹੋਣਗੀਆਂ। ਦੂਜਾ ਪੁਰਖ ਇੱਕ ਵਚਨ ਦੀ ਰੂਪ ਸਾਧਨਾ, ਜਦੋਂ ਸ਼ਬਦ ਦੂਜੇ ਪੁਰਖ ਬਾਰੇ ਗਿਆਨ ਦਿੰਦਾ ਹੋਵੇ ਅਤੇ ਹੋਵੇ ਇੱਕ ਵਚਨ, ਸਿੰਗੂਲਰ ਹੋਵੇ, ਤਾਂ ਉੱਥੇ ਤੁਸੀਂ ਦੇਖੋ ਉੱਥੇ ਤੂੰ ਮੇਰੀ ਓਟ ਤੂੰ ਹੈ ਦੀਵਾਨ, ਤੂੰ ਮੇਰੀ ਓਟ ਤੂੰ ਹੈ ਦੀਵਾਨ, ਮੇਰਾ ਦੀਵਾਨ ਵੀ ਤੂੰ ਹੈ, ਤੂੰ ਹੀ ਮੇਰਾ ਓਟ ਆਸਰਾ ਹੈ। ਇੱਥੇ ਦੂਜਾ ਪੁਰਖ ਇੱਕ ਵਚਨ ਦੇ ਉੱਪਰ ਵੀ ਬਿੰਦੀ ਦਾ ਲਾਮੀਆਂ ਅੱਗੇ ਬਿੰਦੀ ਦਾ ਉਚਾਰਨ ਹੋਵੇਗਾ। ਹੈ ਤੂੰ ਹੋਣਹਾਰ ਹੈ, ਇੱਥੇ ਹੈ ਤੂੰ ਹੈ ਨਹੀਂ ਹੋਵੇਗਾ, ਹੈ ਤੂੰ ਤੂੰ ਹੋਣਹਾਰ।
जप मन नाम हरि होए सर्व सुखी। हे मेरे मन परम का नाम जप, तू सुखी हो जाएगा। तो इतने होए ऊपर भी हाहे ऊपर बिंदी का उच्चारण होना है, हा स्यारी वाला है। रे मन तू भी होए दास, तू भी हो जावे ज भाव, तू होए दास। इतने हा दी स्यारी ऊपर भी बिंदी का उच्चारण होवेगा। सहस सियाणपा लख होए तो एक न चलै नाल। सहस सियाणपा लख होए, इतने होए ऊपर बिंदी का उच्चारण होवेगा, क्योंकि अर्थ है होवन। जे लखों सह सियाणपा होवन बहुवचन। ਜਾਂ ਕੈ ਸੰਗ ਕਿਲਵਿਕ ਹੋਏ ਨਾਸ, ਜਿਹਦੀ ਸੰਗਤ ਵਿੱਚ ਪਾਪਾਂ ਦਾ ਨਾਸ ਹੋ ਜਾਂਦਾ ਹੈ। ਦਾਗੇ ਹੋਏ ਸੋ ਰਣ ਮੇ ਜੂਝੇ, ਦਾਗੇ ਹੋਏ ਸੋ ਰਣ ਮੇ ਜੂਝੇ, ਬਿਨ ਦਾਗੇ ਪਗ ਜਾਈ। ਹੋਏ ਹਾਏ ਉੱਪਰ ਬਿੰਦੀ ਦਾ ਉਚਾਰਨ ਕਰਨਾ ਹੈ, ਹੋਏ। ਜੋ ਤੂੰ ਦੇ ਸੋਈ ਸੁਖ ਜਾਣਾ, ਜੋ ਤੂੰ ਦੇਹੇ, ਜੋ ਤੂੰ ਦੇਹੇ ਹਾਏ ਉੱਪਰ ਬਿੰਦੀ ਦਾ ਉਚਾਰਨ, ਜੋ ਤੂੰ ਦੇਹੇ ਸੋਈ ਸੁਖ ਸਹਿਣਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਦੇਹ ਇੱਥੇ ਹਾਏ ਉੱਪਰ ਵੀ ਬਿੰਦੀ ਦਾ ਉਚਾਰਨ ਹੁੰਦਾ ਹੈ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ। ਇੱਥੇ ਦੇਹ ਦੇ ਹਾਏ ਉੱਪਰ ਵੀ ਬਿੰਦੀ ਦਾ ਉਚਾਰਨ ਕਰਨਾ ਜਿਹੜਾ ਹੈ ਇਹ ਸ਼ੁੱਧ ਪਾਠ ਹੈ। ਤੂੰ ਲਿਹਾਜ਼ਾ ਇਹ ਜਾਣ ਬੁੱਝ ਕੇ ਹੈ ਪੜ੍ਹੀ ਜਾਣਾ। ਜਿੱਥੇ ਹੈ ਪੜ੍ਹਨਾ ਹੈ ਉੱਥੇ ਇੱਕ ਵਚਨ ਹੋਵੇ, ਤੇ ਜਿਵੇਂ ਉੱਪਰ ਪੰਕਤੀਆਂ ਆਈਆਂ ਨੇ, ਆਪੇ ਹਰ ਇੱਕ ਰੰਗ ਹੈ। ਜਦੋਂ ਪਰਮਾਤਮਾ ਲਈ ਹੈ ਆਵੇਗਾ ਉਹ ਹਮੇਸ਼ਾ ਬਿਨਾਂ ਬਿੰਦੀ ਹੀ ਪੜ੍ਹਿਆ ਜਾਵੇਗਾ। ਜਾਂ ਕਿਸੇ ਇੱਕ ਵਿਅਕਤੀ ਲਈ ਆਵੇਗਾ ਹੈ ਤਾਂ ਫਿਰ ਉੱਥੇ ਬਿੰਦੀ ਬਿਨਾਂ ਪੜ੍ਹਿਆ ਜਾਏਗਾ। ਪਰ ਜਿੱਥੇ ਉਹ ਬਹੁਵਚਨ ਰੂਪ ਵਿੱਚ ਹੋਵੇਗਾ ਤਾਂ ਉੱਥੇ ਉਸਦੇ ਹੈ ਉਚਾਰਨ ਹੋ ਜਾਏਗਾ। ਕਿਰਿਆ ਦੂਜਾ ਪੁਰਖ ਬਹੁਵਚਨ ਦੀ ਰੂਪ ਸਾਧਨਾ ਜਿਹੜੀ ਹੈ। ਸਾਧ ਪਦਾਰਥ ਗੁਰਮੁਖ ਲਹੂ, ਸਾਧ ਪਦਾਰਥ ਗੁਰਮੁਖ ਲਹੂ, ਲੱਲਾ ਹਾ, ਫਿਰ ਆਖਰੀ ਹਾਹੇ ਨੂੰ ਔਂਕੜ ਹੈ। ਇਸ ਦਾ ਉਚਾਰਨ ਜਿਹੜਾ ਹੈ ਇਹਦੇ ਨਿਯਮ ਇਹ ਹੈ ਕਿ ਜੇ ਲਹੂ ਦੋ ਹਾਹੇ ਨੇ, ਲੱਲਾ ਹਾ ਤੇ ਫਿਰ ਹਾਏ ਨੂੰ ਔਂਕੜ, ਤੋਂ ਪਹਿਲਾ ਹਾ ਜਿਹੜਾ ਮੁਕਤਾ ਹੈ ਇਹਦੇ ਨਾਲ ਕੋਈ ਸਿਆਰੀ ਔਂਕੜ ਕੋਈ ਮਾਤਰਾ ਨਹੀਂ ਲੱਗੀ ਹੋਈ। ਇਸ ਲਈ ਜਿਹੜਾ ਆਖਰੀ ਹਾ ਹੈ ਇਹ ਲੋਹੋ ਕਰਕੇ ਪੜ੍ਹਨਾ ਅਸ਼ੁੱਧ ਹੈ। ਇਸ ਨੂੰ ਅਸੀਂ ਲੋਹੋ ਪੜਾਂਗੇ, ਆਖਰੀ ਹਾ ਔਂਕੜ ਵਾਲਾ ਪਹਿਲੇ ਹਾਏ ਉੱਪਰ ਘੋੜਾ ਬਣ ਜਾਵੇਗਾ। ਤੋ ਪਾਠ ਹੋਵੇਗਾ ਸਾਜ ਪਦਾਰਥ ਗੁਰਮੁਖ ਲੋਹੋ। ਇਸ ਤਰ੍ਹਾਂ ਉਚਾਰਨ ਜਿਵੇਂ ਲੱਲਾ ਹਾ ਹੋੜਾ ਹੋਵੇ। ਆਖਰੀ ਹਾ ਔਂਕੜ ਵਾਲਾ ਪਹਿਲੇ ਹਾਏ ਉੱਪਰ ਹੋੜਾ ਦੀ ਆਵਾਜ਼ ਦੇਵੇਗਾ। ਲੇਕਿਨ ਇਹਦੇ ਵਿੱਚ ਸ਼ਰਤ ਇਹ ਹੈ ਕਿ ਜਿਹੜਾ ਆਖਰੀ ਹਾ ਔਂਕੜ ਵਾਲੇ ਤੋਂ ਪਹਿਲਾ ਜਿਹੜਾ ਅੱਖਰ ਹੁੰਦਾ ਹੈ ਉਹ ਮੁਕਤਾ ਹੋਣਾ ਚਾਹੀਦਾ, ਉਹਦੇ ਨਾਲ ਕੋਈ ਸਿਆਰੀ ਔਂਕੜ ਵਗੈਰਾ ਕੁਛ ਲਗਾ ਨਹੀਂ ਹੋਣਾ ਚਾਹੀਦਾ। ਫਿਰ ਉਹ ਆਖਰੀ ਹਾ ਔਂਕੜ ਵਾਲਾ ਜਿਹੜਾ ਹੈ ਪਹਿਲੇ ਅਕਸ਼ਰ ਦੇ ਉੱਪਰ ਹੋੜਾ ਬਣ ਜਾਵੇਗਾ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਇੱਥੇ ਚਾਹੋ ਦਾ ਜਿਹੜਾ ਸਰੂਪ ਹੈ ਉਹ ਹੈ ਚੱਚਾ ਕੰਨਾ ਹਾ, ਫਿਰ ਹਾ ਨੂੰ ਔਂਕੜ। ਤੋਂ ਪਹਿਲਾ ਹਾ ਜਿਹੜਾ ਹੈ ਇਹ ਮੁਕਤਾ ਹੈ, ਇਹਦੇ ਨਾਲ ਕੋਈ ਮਾਤਰਾ ਨਹੀਂ ਲੱਗੀ ਹੋਈ। ਇਸ ਲਈ ਉਹ ਨਿਯਮ ਲਾਗੂ ਹੋਵੇਗਾ ਕਿ ਆਖਰੀ ਹਾ ਔਂਕੜ ਵਾਲਾ ਜਿਹੜਾ ਹੈ ਇਹ ਪਹਿਲੇ ਹਾਹੇ ਤੇ ਹੋੜਾ ਬਣ ਜਾਵੇਗਾ। ਤਾਂ ਉਚਾਰਨ ਹੋਵੇਗਾ ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਜੋ ਚਾਹੋਗੇ ਉਹ ਹੋ ਜਾਏਗਾ ਜਦੋਂ ਮਨ ਤੇ ਮੁਖ ਵਿੱਚ ਪਰਮਾਤਮਾ ਵਸਦਾ ਹੋਵੇਗਾ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਇੱਥੇ ਦੋ ਹਾਹੇ ਨੇ ਤੇ ਆਖਰੀ ਹਾਹੇ ਨੂੰ ਔਂਕੜ ਲੱਗੀ ਹੋਈ ਹੈ। ਪਹਿਲਾ ਹਾਹਾ ਮੁਕਤਾ ਹੈ, ਇਸ ਲਈ ਆਖਰੀ ਹਾਹੇ ਦੀ ਔਂਕੜ ਪਹਿਲੇ ਹਾ ਉੱਪਰ ਹੋੜੇ ਦੀ ਆਵਾਜ਼ ਦੇਵੇਗੀ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਜਾਏ ਝੂਠੀ ਦੇਹੀ। ਇੱਥੇ ਹੋ ਪਾਠ ਨਹੀਂ ਹੈ, ਪਹਿਲਾ ਹਾ ਵੀ ਉਚਾਰਨ ਤੇ ਦੂਆ ਹਾ ਵੀ ਉਚਾਰਨ। ਹੋ ਉਚਾਰਨ ਜਿਹੜਾ ਹੈ ਇਹ ਅਸ਼ੁੱਧ ਹੈ। ਆਮ ਇਸ ਤਰ੍ਹਾਂ ਕਰਦੇ ਨੇ ਕਈ ਪਾਠੀ। ਜਿਸ ਵਕਰ ਕੋ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸ। ਜਿਸ ਨਾਮ ਰੂਪੀ ਵਖਰ ਦੇ ਲਈ ਸੋਦੇ ਲਈ ਤੁਸੀਂ ਸੰਸਾਰ ਤੇ ਆਏ ਹੋ ਸੋ ਪਾਇਓ ਸਤਿਗੁਰੂ ਪਾਸ, ਸਤਿਗੁਰੂ ਪਾਸੋਂ। ਤੇ ਇੱਥੇ ਵੀ ਜਿਹੜਾ ਹੋ ਦਾ ਉਚਾਰਨ ਹੈ ਇਹ ਹਾ ਔਂਕੜ ਹੈ। ਤੋ ਆਖਰੀ ਹਾ ਔਂਕੜ ਜਿਹੜਾ ਪਹਿਲੇ ਹਾ ਦੇ ਹੋੜਾ ਬਣ ਗਿਆ, ਕਿਉਂਕਿ ਪਹਿਲਾ ਹਾ ਮੁਕਤਾ ਹੈ, ਇਹਦੇ ਨਾਲ ਕੋਈ ਮਾਤਰਾ ਨਹੀਂ। ਇਹ ਖਿਆਲ ਰੱਖਣਾ ਹੈ ਕਿ ਆਖਰੀ ਹਾ ਔਂਕੜ ਵਾਲਾ ਤਾਂ ਪਿਛਲੇ ਅੱਖਰ ਤੇ ਹੋੜਾ ਬਣਦਾ ਹੈ ਜੇ ਪਿਛਲੇ ਅੱਖਰ ਨਾਲ ਕੋਈ ਮਾਤਰਾ ਨਾ ਲੱਗੀ ਹੋਵੇ। ਤੋ ਇਹ ਨਿਯਮ ਹੈ। ਇੱਥੇ ਤੇ ਦੋ ਹਾਹੇ ਇਕੱਠੇ ਆਉਂਦੇ ਨੇ, ਉੱਥੇ ਹੋ ਕਰਕੇ ਪਾਠ ਨਹੀਂ ਹੋਵੇਗਾ ਜਾਂ ਲੋਹੋ ਕਰਕੇ ਪਾਠ ਨਹੀਂ ਹੋਵੇਗਾ। ਤੋ ਅਗਰ ਲੱਲਾ ਅੱਗੇ ਹਾ ਔਂਕੜ ਹੈ ਤੇ ਲੋ ਪਾਠ ਹੋਵੇਗਾ, ਸਿੱਧਾ ਹੀ ਲੱਲੇ ਉੱਪਰ ਹੋੜੇ ਦੀ ਆਵਾਜ਼ ਆਏਗੀ। ਆਖਰੀ ਹਾਹਾ ਜਿਹੜਾ ਔਂਕੜ ਬਣ ਕੇ ਪਹਿਲੇ ਤੇ ਆ ਜਾਏਗਾ।
ਕੋਹ ਨਾਨਕ ਜਾਂ ਕੋ ਹੋ ਕਿਰਪਾਲ। ਹੁਣ ਇੱਥੇ ਜਾਂ ਕੋ ਹੋ ਕਿਰਪਾਲ ਹੋਵੇਗਾ, ਕਿਉਂਕਿ ਇੱਥੇ ਪਹਿਲੇ ਹਾਏ ਉੱਪਰ ਹੋੜਾ ਹੈ ਤੇ ਆਖਰੀ ਹਾ ਔਂਕੜ ਵਾਲਾ ਹੈ। ਇਹ ਹੁਣ ਆਖਰੀ ਹਾ ਔਂਕੜ ਵਾਲਾ ਪਹਿਲੇ ਹਾਏ ਤੇ ਪਹਿਲਾਂ ਹੀ ਹੋੜਾ ਲੱਗਾ ਹੋਇਆ ਹੈ, ਇਸ ਲਈ ਇੱਥੇ ਕੋਹ ਨਾਨਕ ਜਾਂ ਕੋ ਹੋ ਕਿਰਪਾਲ, ਜਿਹਦੇ ਉੱਤੇ ਤੂੰ ਕਿਰਪਾਲ ਹੋਵੇਂ, ਇੱਥੇ ਤੁਸੀਂ ਉਹ ਪਾਠ ਕਰ ਸਕਦੇ ਹੋ। ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ, ਵੀ ਜੇ ਇੱਥੇ ਹੋ ਦਾ ਮਤਲਬ ਹੋਵੋ, ਤੇ ਇੱਥੇ ਹਾ ਦੇ ਉੱਪਰ ਹੋੜਾ ਵੀ ਲੱਗਾ ਹੈ ਤੇ ਆਖਰੀ ਹਾਏ ਨੂੰ ਔਂਕੜ ਵੀ ਲੱਗੀ ਹੈ, तो लिहाजा इतने वो नियम लागू नहीं होएगा भी आखिरी हा औंकड़ बन के पीछे नहीं आ सकता, कि पिछले हाहे उपर पहला ही होड़ा लगा होया है। लब लोभ ता जो हो निचिंद, पर लब लोभ का त्याग करके निचिंत हो जाओ। हो इतने हो पाठ होएगा, पहले हा का होड़ा भी बोला जाएगा, दूसरे हाए का औंकड़ भी उच्चारण होएगा। जो तुम देहो सोई सुख पाई, जो तुम देहो, इतने क्योंकि हाहे नूं औंकड़ है कि दद्दे पिछे लाम लगी है, इसलिए इतने वो पहला नियम लागू नहीं होएगा, हा औंकड़ पिछे होड़ा नहीं बनेगा। जो तुम देहो सोई सुख पाई, हर जियो तुम आपे देहो बुझाई, एक क्रियावाची लफ्ज़ है, तो क्रियावाची लफ्ज़ों की आखिरी अखर की औंकड़ जिहड़ी है वो पढ़ी जाती है। दिओ लहो खाओ पीओ कहो सहो, ये सारी औंकड़ां पढ़ियां जाणगियां। नाम लफ्ज़ों दियां सियारियां ते औंकड़ां नहीं पढ़ियां जाणियां। नानक मंगै दान कर किरपा नाम देहो, ये औंकड़ सारे पढ़े जाणगे। वाहिगुरू जी का खालसा वाहिगुरू जी की फतेह।